ਸਮੁੰਦਰਗੁਪਤ ਗੁਪਤ ਵੰਸ਼ ਦੀ ਨੀਂਹ 240 ਈਸਵੀ ਵਿੱਚ ਸ਼੍ਰੀ ਗੁਪਤ ਨੇ ਰੱਖੀ ਸੀ। 240 ਤੋਂ ਲੈ ਕੇ 280 ਈਸਵੀ ਤੱਕ ਉਸਨੇ ਰਾਜ ਕੀਤਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਘਟੋਤਕਚ ਜਿਸ ਨੇ 280 ਤੋਂ 319 ਈਸਵੀ ਤੱਕ ਰਾਜ ਕੀਤਾ। ਫਿਰ ਚੰਦਰਗੁਪਤ ਪਹਿਲਾ ਉਸਨੇ 319 ਤੋਂ 334 ਤੱਕ ਰਾਜ ਕੀਤਾ ਸੀ ਅਤੇ ਚੰਦਰਗੁਪਤ ਪਹਿਲੇ ਨੇ ਗੁਪਤ ਸੰਵਤ ਵੀ ਚਲਾਇਆ ਸੀ। ਫਿਰ 335 ਈਸਵੀ ਦੇ ਵਿੱਚ ਚੰਦਰਗੁਪਤ ਪਹਿਲੇ ਦਾ ਪੁੱਤਰ ਸੀ ਅਤੇ ਉਹ ਗੁਪਤ ਵੰਸ਼ ਦਾ ਅਗਲਾ ਸ਼ਾਸਕ ਬਣਿਆ ਸੀ। ਤਾਂ ਸਮੁੰਦਰਗੁਪਤ ਨੂੰ ਉਸ ਦੀਆਂ ਫੌਜੀ ਜਿੱਤਾਂ ਦੇ ਕਾਰਨ ਭਾਰਤ ਦਾ ਨਪੋਲੀਅਨ ਵੀ ਕਿਹਾ ਜਾਂਦਾ ਹੈ। ਉਸ ਨੂੰ ਇਹ ਨਾਮ B.A. ਸਮਿਥ ਦੁਆਰਾ ਦਿੱਤਾ ਗਿਆ ਸੀ ਸਮੁੰਦਰਗੁਪਤ ਨੂੰ। ਜੇਕਰ ਅਸੀਂ ਸਮੁੰਦਰਗੁਪਤ ਬਾਰੇ ਹੋਰ ਜਾਣਕਾਰੀ ਦੇਖੀਏ ਤਾਂ ਜੋ ਸਮੁੰਦਰਗੁਪਤ ਸੀ ਉਸਨੇ 335 ਤੋਂ 380 ਈਸਵੀ ਤੱਕ ਰਾਜ ਕੀਤਾ ਸੀ ਅਤੇ ਉਸ ਦੀਆਂ ਸਫਲਤਾਵਾਂ ਦਾ ਵਰਣਨ ਉਸਦੇ ਰਾਜ ਕਵੀ ਹਰੀ ਸੈਨ ਨੇ ਇਲਾਹਾਬਾਦ ਵਿੱਚ ਸਤੰਭ ਲੇਖ ਵਿੱਚ ਕੀਤਾ। ਇਲਾਹਾਬਾਦ ਦੇ ਸਤੰਭ ਲੇਖ ਤੋਂ ਜੋ ਕਿ ਉਸਦੇ ਰਾਜ ਕਵੀ ਹਰੀ ਸੈਨ ਨੇ ਲਿਖਿਆ ਸੀ ਉਸ ਦੀਆਂ ਸਫਲਤਾਵਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਸਮੁੰਦਰਗੁਪਤ ਨੇ ਉੱਤਰੀ ਭਾਰਤ ਜਿਸ ਨੂੰ ਉਸ ਸਮੇਂ ਆਰਿਆਵਰਤ ਕਿਹਾ ਜਾਂਦਾ ਸੀ ਦੇ 8 ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ ਸੀ। ਉਸਨੇ ਦੱਖਣੀ ਭਾਰਤ ਵਿੱਚ ਚੜ੍ਹਾਈ ਕੀਤੀ ਅਤੇ 12 ਰਾਜਿਆਂ ਨੂੰ ਹਰਾਇਆ ਸੀ। ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ। ਪਰ ਜਦੋਂ ਉਹਨਾਂ ਨੇ ਸਮੁੰਦਰਗੁਪਤ ਦੀ ਅਧੀਨਤਾ ਸਵੀਕਾਰ ਕਰ ਲਈ ਤਾਂ ਉਸਨੇ ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰ ਦਿੱਤੇ। ਹੋਰ ਕਈ ਸਰਹੱਦੀ ਰਾਜਾਂ ਅਤੇ ਗਣਤੰਤਰ ਰਾਜਾਂ ਨੇ ਵੀ ਉਸ ਦੀ ਅਧੀਨਤਾ ਸਵੀਕਾਰ ਕਰ ਲਈ ਸੀ ਅਤੇ ਕੁਝ ਵਿਦੇਸ਼ੀ ਤਾਕਤਾਂ ਨੇ ਵੀ ਉਸ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਸਮੁੰਦਰਗੁਪਤ ਇੱਕ ਮਹਾਨ ਯੋਧਾ ਅਤੇ ਮਹਾਨ ਸ਼ਾਸਕ ਸੀ। ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸੀ। ਉਸਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ। ਕੁਝ ਸਿੱਕਿਆਂ 'ਤੇ ਸਮੁੰਦਰਗੁਪਤ ਨੂੰ ਬੈਠ ਕੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਉਸ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਰਹਿੰਦੇ ਸਨ। ਜੋ ਵੀਣਾ ਹੁੰਦੀ ਹੈ, ਵੀਣਾ ਉਹ ਸਿਤਾਰ ਦੀ ਤਰ੍ਹਾਂ ਇੱਕ ਸਾਜ਼ ਹੈ। ਇਸ ਤੋਂ ਇਲਾਵਾ ਜੋ ਸਮੁੰਦਰਗੁਪਤ ਨੂੰ B.A. ਸਮਿਥ ਨੇ ਭਾਰਤ ਦਾ ਨਪੋਲੀਅਨ ਦੀ ਉਪਾਧੀ ਦਿੱਤੀ। ਕਈ ਵਾਰ ਕੁਐਸਚਨ ਆ ਜਾਂਦਾ ਵੀ B.A. ਸਮਿਥ ਜਾਂ ਵੀ ਪਹਿਲਾ ਕੁਐਸਚਨ ਤਾਂ ਭਾਰਤ ਦਾ ਨਪੋਲੀਅਨ ਕਿਹਨੂੰ ਕਿਹਾ ਜਾਂਦਾ? ਸਮੁੰਦਰਗੁਪਤ ਨੂੰ। ਤਾਂ ਇਹ ਉਪਾਧੀ ਕਿਸ ਨੇ ਦਿੱਤੀ ਸੀ? ਤਾਂ ਇੱਕ ਵਿਦਵਾਨ ਡਾਕਟਰ B.A. ਸਮਿਥ ਨੇ ਦਿੱਤੀ ਸੀ ਅਤੇ ਜੋ ਉਸਨੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ ਉਸਨੂੰ ਦਕਸ਼ਿਣ ਪੱਖ ਵੀ ਕਿਹਾ ਜਾਂਦਾ ਹੈ। ਆਰਿਆਵਰਤ ਉੱਤਰੀ ਭਾਰਤ ਨੂੰ ਉਸ ਸਮੇਂ ਆਰਿਆਵਰਤ ਕਿਹਾ ਜਾਂਦਾ ਸੀ ਜਿਸ ਦੇ ਉਸਨੇ 8 ਰਾਜੇ ਹਰਾਏ ਸਨ ਅਤੇ ਇਸ ਤੋਂ ਇਲਾਵਾ ਜੋ ਹੋਰ ਲਵੇ ਜੰਗਲਾਂ ਦੇ ਖੇਤਰ ਸਨ ਉਹਨਾਂ ਦੇ ਵੀ ਰਾਜਿਆਂ ਨੂੰ ਉਸਨੇ ਹਰਾਇਆ ਸੀ ਅਤੇ ਉਹਨਾਂ ਨੇ ਇਸ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਸਕੰਦਗੁਪਤ ਦਾ ਇੱਕ ਅਭਿਲੇਖ ਹੈ। ਸਕੰਦਗੁਪਤ ਦਾ ਇੱਕ ਭੀਤਰੀ ਅਭਿਲੇਖ ਹੈ ਜਿਸ ਤੋਂ ਪਤਾ ਲੱਗਦਾ ਕਿ ਸਮੁੰਦਰਗੁਪਤ ਨੇ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਇੱਕ ਅਸ਼ਵਮੇਧ ਯੱਗ ਵੀ ਕੀਤਾ ਸੀ। ਇੱਕ ਹੋਰ ਅਭਿਲੇਖ ਆ ਐਰਨ ਦਾ ਅਭਿਲੇਖ ਹੈ। ਉੱਥੇ ਸਮੁੰਦਰਗੁਪਤ ਦੀ ਪਤਨੀ ਦਾ ਨਾਮ ਦੱਤਾ ਦੇਵੀ ਲਿਖਿਆ ਹੋਇਆ। ਦੱਤਾ ਦੇਵੀ ਲਿਖਿਆ ਹੋਇਆ। ਸਮੁੰਦਰਗੁਪਤ ਨੂੰ ਕਵਿਰਾਜ ਕਈ ਕਵਿਤਾਵਾਂ ਦਾ ਰਚਨਾਕਾਰ ਭਾਵ ਕਵਿਰਾਜ ਵੀ ਕਿਹਾ ਜਾਂਦਾ ਹੈ। ਸ਼੍ਰੀਲੰਕਾ ਦੇ ਰਾਜੇ ਮੇਘਵਰਮਨ ਨੇ ਸਮੁੰਦਰਗੁਪਤ ਨੂੰ ਗਿਆ ਵਿੱਚ ਬੁੱਧ ਮੰਦਰ ਬਣਾਉਣ ਦੀ ਇਜਾਜ਼ਤ ਮੰਗੀ ਸੀ। ਸ਼੍ਰੀਲੰਕਾ ਦਾ ਰਾਜਾ ਸੀਗਾ ਮੇਘਵਰਮਨ ਜਿਸ ਨੇ ਉਸ ਨੂੰ ਸਮੁੰਦਰਗੁਪਤ ਤੋਂ ਗਿਆ ਕਿਉਂਕਿ ਉੱਥੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਉੱਥੇ ਇੱਕ ਬੋਧੀ ਮੰਦਰ ਬਣਾਉਣ ਦੀ ਇਜਾਜ਼ਤ ਮੰਗੀ ਸੀ ਜੋ ਸਮੁੰਦਰਗੁਪਤ ਨੇ ਉਸ ਨੂੰ
ਦੇ ਦਿੱਤੀ ਸੀ, ਜਿਸ ਤੋਂ ਪਤਾ ਲੱਗਦਾ ਕਿ ਸਮੁੰਦਰ ਗੁਪਤ ਧਰਮਾਂ ਦਾ ਆਦਰ ਕਰਦਾ ਸੀ। ਉਸ ਦੇ ਕਾਲ ਦੀਆਂ 6 ਪ੍ਰਕਾਰ ਦੀਆਂ ਸੋਨੇ ਦੀਆਂ ਮੁਦਰਾਵਾਂ ਮਿਲੀਆਂ ਹਨ, ਜਿਵੇਂ ਗਰੜ, ਅਸ਼ਵਮੇਧ, ਪਰਚੂ, ਬੀਨਾ ਧਾਰਤ। ਇਸ ਤਰ੍ਹਾਂ ਅਸੀਂ ਅੱਜ ਜੋ ਆਇਆ ਸਮੁੰਦਰ ਗੁਪਤ, ਤੁਹਾਨੂੰ ਮੈਂ ਇਸ ਬਾਰੇ ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼